सत गुर प्रसाद। प्रभाते प्रभ नाम जप, गुर के चरण ते आए। जन्म मरण मल उतरै, साचे के गुण गाए। ज्ञान ध्यान किछ कर्म ना जाना, नाहिन निर्मल करनी। साध संगत के अंचल लाओ, बिखम नदी जाए तरनी। हमें दृष्ट शुभ करे, हरै अग पाप सगल मल। काम क्रोध अर लोभ मोह, वस करे सभै बल। सदा सुख मन वसै, दुख संसारै खोवै। गुरु नवनिध दरियाओ, जन्म हम कालख धोवै। गुरु नवनिध दरियाओ, जन्म हम कालख धोवै। जुगो जुग अटल शब्द सतगुरु धन धन गुरु ग्रंथ साहिब जी। गुरु पातशाह जी की अजीम अपार बख्शिश। सवेर समय गुरु बचन, गुरबाणी, गुरु उपदेश सुनने का, सुनाने का इस भाग सानू प्राप्त हो रहा है। बाबा कबीर जी का बचन, जो सुख प्रभु गोबिंद की सेवा, सो सुख राज न लही है। जे मनुखी मन विच इहदा एहसास हो जाए कि जो ये बाणी का जुड़ा आ, किड्डी वड्डी नवाजिश आ, मेरा ख्याल आ इहदे मुकाबले का कोई सुख नहीं। ये एहसास बंदे दे जहन विच प्रभु बख्शिश नाल आ जाए, ये बहुत जरूरी है। अजे हुणे अरदास की शमूलीयत तो उपरंत अज का हुक्मनामा ज्ञानी जी ने सानू दोहरा के सरवण करवाया, असीं उन्हां दा धन्नवाद करते हैं। अगले समय दे विच इन्हां पावन बचनों की व्याख्या करांगे। कैलेंडर दियां कुछ तारीखां के मुताबक अज गुरु अमरदास साहब जी का प्रकाश दिहाड़ा भी है। आप समूह संगत नूं जिस शरीर ने, जिस देह ने, जिस उस पावन पाक मडोली ने तीसरे रूप विच नानक जोत नूं कैरी किया, उस शरीर की धरती ते आमद ते विदायगी एक बड़ा वड्डा रब्बी कारज आ। असीं उन्हूं याद करते हैं। प्रकाश पुरब दी आप समूह संगत नूं बहुत सारी दिली मुबारकबाद। बचन की व्याख्या प्रारंभ करिए, नाल नाल जिन्ना समा अलाउ करेगा गुरु अमरदास साहब दियां जीवन दृश्यां विचों कुछ बात पावांगे, उन्हां दे उपदेशां विचों। अज दा ये बचन राग बिलावल का हिस्सा है। महला पंजवां। गुरु अमरदास पातशाह इस गुरवाक में उचरित कर रहे हैं। पहला ही पदा रहाओ दा पदा है। सब जिक्र कर रहे ने, बिन हर काम न आवत है, जास्यों राच माच तुम लागे, ओह मोहनी मोहावत है रहा। बिन हर काम न आवत है, हरि दे
ਨਾਮ ਉਪਦੇਸ਼ ਸੰਦੇਸ਼ ਤੇ ਉਹਦੇ ਜੀਵਨ ਵਿੱਚ ਅਹਿਸਾਸ ਤੋਂ ਬਿਨਾਂ, ਜਿਹਨੂੰ ਅਸੀਂ ਕਹਿ ਲਓ ਕਿ ਵੀ ਡੋਂਟ ਹੈਵ ਫੀਲਿੰਗਸ ਟੂਵਰਡ ਆਲਮਾਈਟੀ ਅਕਾਲ ਪੁਰਖ ਵਾਹਿਗੁਰੂ, ਕੁਝ ਵੀ ਕਿਸੇ ਕੰਮ ਦਾ ਨਹੀਂ ਹੈਗਾ। ਬੰਦਾ ਇੱਕ ਰੇਸ ਵਿੱਚ ਲੱਗਾ ਆ, ਇਹ ਸ਼ਬਦ ਸਾਰਾ ਉੱਤੇ ਬਿਆਨ ਕਰੇਗਾ ਸਾਰੀ ਬਾਤ। ਤੇ ਰੇਸ ਇਸ ਤਰ੍ਹਾਂ ਹੈ ਜਿਵੇਂ ਮ੍ਰਿਗ ਤ੍ਰਿਸ਼ਨਾ ਹੁੰਦੀ ਹੈ। ਛੋਟਾ ਬੱਚਾ ਆ, ਉਹਨੂੰ ਖਾਣ ਪਾਣ ਨੂੰ ਪ੍ਰਾਪਤ ਹੁੰਦਾ ਹੈ, ਉਹਨੂੰ ਆਪਣੀ ਭੁੱਖ ਦਾ ਵੀ ਫਿਕਰ ਨਹੀਂ, ਮਾਪੇ ਫਿਕਰ ਕਰਦੇ ਨੇ ਇਹਨੂੰ ਕਦੋਂ ਖਵਾਉਣਾ ਆ, ਕਦੋਂ ਸਵਾਉਣਾ ਆ, ਕਦੋਂ। ਉਹਨੂੰ ਲੱਗਦਾ ਕਾਹਦਾ ਜੀਵਨ ਆ, ਇਹ ਵੀ ਕੋਈ ਜੀਵਨ ਆ, ਮੇਰੀ ਤੇ ਲਾਈਫ ਹੀ ਕੋਈ ਨਹੀਂ ਹੈਗੀ, ਬਿਕੋਜ਼ ਮੈਂ ਆਪਣੀ ਮਰਜ਼ੀ ਨਹੀਂ ਕਰ ਸਕਦਾ। ਆਈ ਐਮ ਨੋਟ ਏਬਲ ਟੂ ਫੁਲਫਿਲ ਮਾਈ ਓਨ ਵਿਸ਼ਿਸ, ਸੋ ਦੈਟਸ ਨੋਟ ਅ ਲਾਈਫ। ਲਾਈਫ ਤੇ ਹੈਗੀ ਹੈ ਕਿ ਜਦੋਂ ਬੰਦੇ ਕੋਲ ਇੰਡੀਪੈਂਡੈਂਸ ਆ ਜਾਏ, ਆਟੋਨਮੀ ਆ ਜਾਏ, whatever I want to eat I can eat, wherever I want to go I can go। ਉਹਨੂੰ ਲੱਗਦਾ ਇਹ ਜਿਹੜਾ ਸਮਾਂ ਹੈ ਬੇਕਾਰ ਆ, ਅੱਗੇ ਵਧਾਂਗਾ, ਕੁਝ ਹੋਰ ਬਣਾਂਗਾ, ਕੁਝ ਹੋਰ ਵੱਡਾ ਹੋਵਾਂਗਾ, then I will enjoy, then ਮੈਨੂੰ ਸੈਟਿਸਫੈਕਸ਼ਨ ਮਿਲੇਗੀ। ਮ੍ਰਿਗ ਤ੍ਰਿਸ਼ਨਾ। ਹਕੀਕਤ ਇਹ ਹੈ ਜਿਵੇਂ ਜਿਵੇਂ ਵੱਡਾ ਹੁੰਦਾ ਹੈ, ਤੁਸੀਂ ਕਦੇ ਦੇਖਿਆ ਹੋਵੇਗਾ, ਅਸੀਂ ਤਾਂ ਮੈਂਟਲ ਹੈਲਥ 'ਚ ਇਸ ਚੀਜ਼ ਨੂੰ ਦੇਖਦੇ ਹਾਂ। ਬੱਚਾ ਪਹਿਲਾਂ ਪ੍ਰੀ ਸਕੂਲ ਜਾਂਦਾ ਹੈ, ਫਿਰ ਉਹਨੂੰ ਕਿੰਡਰਗਾਰਟਨ ਭੇਜਿਆ ਜਾਂਦਾ ਹੈ, ਫਿਰ ਉਹ ਜਿਹੜਾ ਹੈਗਾ ਪਹਿਲਾਂ ਜੂਨੀਅਰ ਹੁੰਦਾ, ਫਿਰ ਸੀਨੀਅਰ ਹੁੰਦਾ, ਫਿਰ ਉਹ ਵਾਕਿਆ 'ਚ ਗ੍ਰੇਡ 1 ਪਹਿਲੀ ਜਮਾਤ ਦੀ ਪੜ੍ਹਾਈ ਕਰਨੀ ਸ਼ੁਰੂ ਕਰਦਾ। ਦੇਖਣ 'ਚ ਆਉਂਦਾ ਹੈ, ਬੱਚੇ ਨੂੰ ਲੱਗਦਾ ਨਾ 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 ਪਹਿਲੀ ਜਮਾਤ 'ਚ ਇੱਥੇ ਤੇ ਚੀਜ਼ਾਂ ਪੜ੍ਹਨੀਆਂ ਪੈਣਗੀਆਂ, ਇੱਥੇ ਤੇ ਪਾਰਟੀਸਪੇਸ਼ਨ ਕਰਨੀ ਪਏਗੀ, ਇੱਥੇ ਤੇ ਇਸ ਤਰ੍ਹਾਂ ਹੁੰਦਾ। ਉਹ ਫਿਰ ਸੋਚਦਾ ਨਾ ਨਾ ਆਈ ਰੀਅਲੀ ਵਾਂਟ ਟੂ ਗੋ ਇਨ ਅਗੇਨ ਨਰਸਰੀ ਕਲਾਸ, ਇਨ ਪ੍ਰੀ ਨਰਸਰੀ ਕਲਾਸ, ਜਸਟ ਆਈ ਵਾਂਟ ਟੂ ਪਲੇ, ਨਥਿੰਗ ਐਲਸ। ਹਾਲਾਂਕਿ ਉੱਥੇ ਉਹਨੂੰ ਲੱਗਦਾ ਹੈ ਇਹ ਵੱਡੇ ਬੱਚੇ ਮੌਜ ਕਰ ਰਹੇ ਆ। ਐਕਚੁਅਲ ਗੱਲ ਕੀ ਹੈ, ਉਹ ਵੱਡੇ ਜਦੋਂ ਵੱਡੇ ਜਗ੍ਹਾ 'ਤੇ ਨੇ, ਉੱਥੇ ਰਿਸਪੋਂਸੀਬਿਲਿਟੀ ਵੱਧ ਰਹੀ ਹੈ, ਉੱਥੇ ਅਕਾਊਂਟੇਬਿਲਿਟੀ ਵੱਧ ਰਹੀ ਹੈ, ਉੱਥੇ ਐਕਸ਼ਨ ਕਰਨ ਵਾਸਤੇ ਐਫਰਟ ਪਾਉਣੀ ਪੈਣੀ ਹੈ। ਫਿਰ ਲੱਗਦਾ ਹੈ ਇੱਥੇ 'ਚ ਕੀ ਸੁੱਖ ਆ। ਫਿਰ ਇਸ ਤਰ੍ਹਾਂ ਹੀ ਅੱਗੇ ਸਟੈਪ ਬਾਏ ਸਟੈਪ ਤੁਸੀਂ ਚੱਲਦੇ ਜਾਓ। ਕਈ ਵਾਰ ਬੰਦਾ ਸੋਚਦਾ ਨਹੀਂ ਅਜੇ ਮੈਂ ਨਾ ਸੁਖੀ ਨਹੀਂ ਹੈਗਾ, ਕਿਉਂਕਿ ਮੈਨੂੰ ਨਾ ਉਹ ਵਾਲਾ ਜਿਹੜਾ ਮੇਰਾ ਏਮ ਆ, ਮੇਰਾ ਗੋਲ ਆ, ਮੇਰੀ ਜਿਹੜਾ ਡਰੀਮ ਆ, because I haven't achieved yet, so that's why I'm not able to feel that kind of happiness. Pleasure is little away from me due to that lacking of actually ਜਿਹੜੀ ਮੇਰੀ ਅਚੀਵਮੈਂਟ ਸੀ। ਸੋ ਇਹ ਸਭ ਚੀਜ਼ਾਂ ਸੰਸਾਰ ਵਿੱਚ ਗੁਰੂ ਬਾਬਾ ਜੀ ਕਹਿੰਦੇ ਨਾ ਭਲੇ ਬੰਦੇ। ਇੱਥੇ ਜਿਹੜਾ ਅਸਲ ਜੀਵਨ ਦਾ ਪਰਪਸ, ਪ੍ਰਾਪਤੀ, ਜਿਹਨੂੰ ਅਸੀਂ ਫੁਲਫਿਲਮੈਂਟ ਕਹਿ ਲਈਏ, ਸੈਲਫ ਐਕੁਜ਼ੇਸ਼ਨ ਕਹਿ ਲਈਏ, ਇਹ ਕਿੱਥੋਂ ਆਏਗੀ? ਕੰਪਲੀਟਨੈਸ ਕਿੱਥੋਂ ਆਏਗੀ? ਹਰੀ ਨਾਲ ਜੁੜ ਕੇ। ਹਰੀ ਦਾ ਆਸ਼ਾ ਪਖੰਡ ਨਹੀਂ ਹੈਗਾ, ਇੱਥੇ ਅਡੰਬਰ ਨਹੀਂ ਹੈਗਾ, ਵਿਖਾਵਾ ਨਹੀਂ ਹੈਗਾ, ਦਾਅਵੇਦਾਰੀ ਨਹੀਂ ਹੈਗੀ। ਦਾਅਵੇ ਦਾਜਨ ਹੋਤਾ ਹੈ, ਇਹ ਚੀਜ਼ ਨਹੀਂ। ਇਹ ਤਾਂ ਇੱਕ ਫੀਲਿੰਗ ਆ, ਇਹ ਤਾਂ ਇੱਕ ਅਹਿਸਾਸ ਆ ਜਿਹੜਾ ਜੀਵਨ ਵਿੱਚ ਜਦੋਂ ਜਿਸ ਲੈਵਲ 'ਤੇ ਵਾਪਰਦਾ ਆ, ਫਿਰ ਬਾਕੀ ਸਭ ਚੀਜ਼ਾਂ ਹੁੰਦੀਆਂ, ਸਭ ਚੀਜ਼ਾਂ ਇਹ ਨਹੀਂ ਬੰਦਾ ਛੱਡ ਦਿੰਦਾ ਹੈਗਾ। ਕਿਉਂਕਿ ਇੱਥੇ ਰਿਨਾਊਂਸ ਤੇ ਕਰਨ ਵਾਲੀ ਗੱਲ ਨਹੀਂ ਨਾ ਹੈ ਵੀ ਹਰੀ ਮਿਲ ਗਿਆ ਬਾਕੀ ਛੱਡ ਦਿੱਤਾ। ਨਾ ਨਾ ਨਾ, ਉਹਨਾਂ ਦੇ ਵਿੱਚ ਹੀ ਹਰੀ, ਉਹਨਾਂ ਦੇ ਜ਼ਰੀਏ ਹਰੀ, ਉਹਨਾਂ ਦੇ ਨਾਲ ਹਰੀ, ਜਿਹਨੂੰ ਜਲੇ ਹਰੀ ਥਲੇ ਹਰੀ, ਇਹ ਜਿਹੜੀ ਬਾਤ ਆ ਰਹੀ ਹੈ, ਇਹ ਉਹਦੇ ਵਿੱਚ ਹੀ ਸਭ ਕਾਸੇ ਦੇ ਵਿੱਚ ਉਸ ਪ੍ਰਭੂ ਦੀ ਪ੍ਰਭਤਾ ਨੂੰ ਮੰਨਣਾ ਹੈ, ਉਹਦੀ ਅਸਲ ਹੋਂਦ ਨੂੰ ਸਵੀਕਾਰਨਾ, ਅਹਿਸਾਸਨਾ ਹੈ। ਈਵਨ ਆਪਣੇ ਆਪ ਦੀ ਸੰਭਾਲ ਕਰਨੀ, ਇਹ ਵੀ ਹੋ ਸਕਦਾ ਕਿਸੇ ਸਵਾਰਥ ਵਿੱਚ। ਆਈ ਵਾਂਟ ਟੂ ਬੀ ਹੈਲਥੀ ਸੋ ਦੈਟ ਆਈ ਕੈਨ ਲਿਵ ਇਨ ਦਿਸ ਵਰਲਡ ਮੋਰ। ਮਹਾਰਾਜ ਬਿਆਨ ਕਰਦੇ, ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ। ਕੋਈ 10 ਸਾਲ ਜੀ ਗਿਆ, ਕੋਈ 20 ਸਾਲ, ਕੋਈ 50, ਕੋਈ 70। ਭਗਤ ਫਰੀਦ ਜੀ ਨੇ ਤਾਂ ਇੰਤਹਾ ਹੀ ਕਰ ਦਿੱਤੀ ਨਾ,
कहणगे चेते रखी कि जे 100 वरियां जीवना मतलब 2 नंबर च मोस्टली लोगों की उम्र पूरी हो जाती है। कोई विरला है जो 3 नंबर जाता है, अदरवाइज 2 नंबर ही रहिंदे ने बस। दुहाई जिहड़ा हैगा 2 डिजिट्स दे विच ही साडी लाइफ का स्पैन जिहड़ा हैगा ये मुक जाता है। कोई है जिहड़ा ट्रिपल डिजिट नूं टच करदा जाके। पर भगत जी कहिंदे हो भी जाए तां किहड़ा बंदे नूं रज आ जाना, तो फिर ये भी चीज़ है मुक के मिट्टी भी हो जाना। ये नहीं कि सफ़र चलता ही रहना लगातार, एक दिन मुक जाना। सो इस एहसास नूं बंदा जे चेते विच रखे क्योंकि आई वांट टू बी हेल्दी, आई वांट टू बी एक्चुअली मोर इन दिस वर्ल्ड। बाय डूइंग दैट और बाय विशिंग दैट कैन आई गेट my real ultimate pleasure? No. Then what is the purpose of life? Then why I am in this world? Why I am actually living here day to day life? There must be some kind of purpose Mother Nature has given. That's why I have this life. ਉਹਦੀ ਫਿਰ ਜਿਹੜੀ ਰਸਾਈ ਹੈ ਜਦੋਂ ਫਿਰ ਉਹਦੇ ਤੱਕ ਅਪਰੋਚ ਆ, ਇਹ ਹਰੀ ਦਾ ਰਾਹ ਆ। ਇਹ ਰਾਹ ਆ ਆਪਣੇ ਆਪੇ ਨੂੰ ਸਮਝਣ ਦਾ, ਆਪਣੇ ਆਲੇ ਦੁਆਲੇ ਨੂੰ ਸਮਝਣ ਦਾ, ਅਤੇ ਸਾਰੇ ਦੇ 'ਚ ਬੈਠੀ ਹੋਈ ਉਸ ਹਸਤੀ, ਉਸ ਸ਼ਕਤੀ, ਉਸ ਪ੍ਰੈਜ਼ੈਂਸ ਨੂੰ ਮਾਨਣ ਦਾ, ਜਿਹਨੂੰ ਅਸੀਂ ਐਗਜ਼ਿਸਟੈਂਸ ਕਹਿੰਦੇ ਹਾਂ। ਫਿਰ ਇੱਕ ਲੈਵਲ 'ਤੇ ਜਾ ਕੇ ਜਿਹਨੂੰ ਸੁੱਝ ਆ ਜਾਂਦੀ ਹੈ। ਬਾਬਾ ਅਮਰਦਾਸ ਜੀ ਦੀ ਬਾਤ ਕਰ ਰਹੇ ਸੀਗੇ, ਕੋਈ 70 ਸਾਲ ਦੀ ਉਮਰ ਥੋੜ੍ਹੀ ਨਹੀਂ ਹੁੰਦੀ। ਬਸਰਕੇ ਦੇ ਵਿੱਚ ਬੜੀ ਵਧੀਆ ਜ਼ਿੰਦਗੀ ਜੀ, ਬੜਾ ਵਧੀਆ ਜੀਵਨ ਯਾਪਨ ਆ, अपना कारोबार आ, घर परिवार आ, बच्चे ने। तो फिर ये भी है जो रिलीजियस साइड तो जिन्ने रिचुअल्स सोसाइटी ने उस फैमिली दे विच जिन्हें पिछों आ रहे सीगे, वट एवर दैट फैमिली वॉज प्रैक्टिसिंग अंटिल दैट टाइम, दे वर प्रैक्टिसिंग विदाउट एनी डाउट, एंड स्टिल देयर वॉज सम काइंड ऑफ एम्प्टीनेस which always actually bothered him, which always actually giving him some kind of ਜਿਹਨੂੰ ਕਿਹਾ ਜਾਏ ਕਿ ਉਹਨਾਂ ਨੂੰ ਟਿਕਣ ਨਹੀਂ ਦਿੰਦੀ। ਉਹ ਜਿਹੜੀ ਕਾਮਨੈਸ ਆ ਉਸ ਲੈਵਲ 'ਤੇ ਉਸ ਚੀਜ਼ ਦੇ ਵਿੱਚ, ਇਸੇ ਚੀਜ਼ ਦੇ ਵਿੱਚ ਹੀ ਫਿਰ ਲਗਾਤਾਰ ਅੱਗੇ ਤੋਂ ਅੱਗੇ ਲੱਭ ਰਹੇ ਨੇ। ਜਗਿਆਸਾ ਹੈ ਅੰਦਰ, ਉਹਦੇ ਵਿੱਚ ਹੀ ਪਤਾ ਲੱਗਦਾ ਕਿ ਘਰ ਦੀ ਹੀ ਭਤੀਜ ਨੂੰ ਬੀਬੀ ਅਮਰੋ ਤੋਂ ਕੁਝ ਬਾਣੀ ਦੇ ਬਚਨ ਉਪਦੇਸ਼ ਸਰਵਨ ਕੀਤੇ, ਅਤੇ ਉਹਨਾਂ ਉਪਦੇਸ਼ਾਂ ਦੇ ਵਿੱਚ ਜਿਹੜੀ ਬਾਤ ਕਹੀ ਗਈ ਕਿ ਉਹ ਮਨਾ ਤੂੰ ਕਿਹੜੇ ਕੰਮੇ ਲੱਗਾ ਆ, ਤੇਰਾ ਕੰਮ ਹਰੀ ਨਾਲ ਜੁੜਨ ਦਾ ਆ। ਉੱਥੋਂ ਇੱਕ ਤਰ੍ਹਾਂ ਦੀ ਚੇਟਕ ਲੱਗੀ, ਪੁੱਛਿਆ ਮੇਰੀ ਬੱਚੀ ਆ ਕੀ ਗਾ ਰਹੀ ਆ ਤੂੰ, ਇਹ ਕੋਈ ਵੈਦਿਕ ਸੰਦੇਸ਼ ਤੇ ਹੈ ਨਹੀਂ, ਇਹ ਕੋਈ ਪੁਰਾਣਿਕ ਧਾਰਨਾ ਤੇ ਹੈ ਨਹੀਂ, ਇਹ ਤੇ ਕੋਈ ਬੜੀ ਉਮਦਾ ਕਿਸਮ ਦਾ ਸੱਚਾ ਸੁੱਚਾ ਕੋਈ ਉਪਦੇਸ਼ ਲੱਗਦਾ ਹੈ, ਅਤੇ ਲੱਗਦਾ ਵੀ ਇੰਨਾ ਸਰਲ ਸਿੱਧਾ ਜ਼ਹਿਨ 'ਚ ਉਕਰ ਜਾਂਦਾ ਹੈਗਾ। ਜਦੋਂ ਇਹ ਬਾਤ ਕਹੀ ਤਾਂ ਉਹਨੂੰ ਦੱਸਿਆ ਇਹ ਗੁਰੂ ਨਾਨਕ ਸਾਹਿਬ ਦੇ ਬਚਨ ਨੇ। ਜਦੋਂ ਪਤਾ ਲੱਗ ਗੁਰੂ ਨਾਨਕ ਸਾਹਿਬ ਦੇ ਬਚਨ, ਹਾਂ ਪਿਤਾ ਜੀ ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਮੈਂ ਮਿਲਣਾ ਚਾਹੁੰਦਾ ਹਾਂ। ਗੁਰੂ ਨਾਨਕ ਸਾਹਿਬ ਆਪਣਾ ਜੀਵਨ ਦਾ ਪੰਧ ਜਿਹੜਾ ਪਹਿਲੇ ਜਾਮੇ 'ਚ ਉਹਨਾਂ ਨੂੰ ਮਿਲਿਆ ਮੁਕਾ ਕੇ ਜੋਤੀ ਜੋਤ ਸਮਾ ਗਏ ਨੇ, ਉਹ ਚਲਾਣਾ ਹੋ ਚੁੱਕਾ ਹੈ। ਠੀਕ ਹੈ, ਹੁਣ ਫਿਰ ਨਹੀਂ ਹੋ ਸਕਦਾ, ਨਹੀਂ ਜੀ, ਉਹਨਾਂ ਦੀ ਜੋਤ ਅੱਗੇ ਕੈਰੀ ਕੀਤੀ ਜਾ ਰਹੀ ਹੈ। ਗੁਰੂ ਅੰਗਦ ਸਾਹਿਬ, ਮੈਂ ਉਹਨਾਂ ਨੂੰ ਮਿਲਣਾ ਚਾਹਾਂਗਾ, ਉਹ ਤੁਹਾਡੇ ਕੁੜਮ ਸਾਹਿਬ ਨੇ। ਫਿਰ ਸਾਰੀ ਬਾਤ ਅੱਗੇ ਅਸੀਂ ਇਤਿਹਾਸ ਤਵਾਰੀਖ ਵਿੱਚ ਪੜ੍ਹਦੇ ਹਾਂ। ਇਹ ਕੀ ਹੈ, ਸਭ ਕੁਝ ਹੁੰਦਿਆਂ ਸੁਣਦਿਆਂ ਸਾਰਾ ਕੁਝ ਆਲੇ ਦੁਆਲੇ ਹੈ, ਫਿਰ ਇੱਕ ਅੰਦਰ ਹੈ ਜਿਹੜਾ ਕੁਝ ਲੱਭਣ ਵਾਸਤੇ ਮਜਬੂਰ ਕਰ ਰਿਹਾ ਹੈ। ਇਹ ਜਿਹੜੀ ਅੰਦਰ ਦੀ ਉਹ ਜਗਿਆਸਾ ਕਹਿ ਲਓ, ਜਿਹਨੂੰ ਤੁਸੀਂ ਅੰਦਰ ਕਿਊਰੀਅਸ ਹੋਣਾ ਕਹਿ ਲਓ, ਅੰਦਰੋਂ ਇੱਕ ਚੇਟਕ ਕਹਿ ਲਓ, ਇਹ ਫਿਰ ਬੰਦੇ ਨੂੰ ਕਿਸੇ ਲੈਵਲ 'ਤੇ ਲਗਾਤਾਰ ਤੋਰਦੀ ਹੈ। ਜਿਵੇਂ ਦਾਨੇ ਲੋਕਾਂ ਨੇ ਬੜੇ ਕਮਾਲ ਦੇ ਬਚਨ ਲਿਟਰਲੀ ਸਾਈਡ ਤੋਂ ਲਿਖੇ ਨੇ। ਕਹਿੰਦੇ ਨੇ ਜਦੋਂ ਬੰਦਾ ਆਤਮ ਸ਼ਾਂਤੀ ਲੱਭਣ ਲਈ ਤੁਰਦਾ ਆ, ਅਤੇ ਆਤਮ ਸ਼ਾਂਤੀ ਤੋਂ ਪਹਿਲਾਂ ਆਤਮ ਕ੍ਰਾਂਤੀ ਹੁੰਦੀ ਹੈ।
ਆਤਮਿਕ ਤੌਰ 'ਤੇ ਬੰਦੇ 'ਚ ਖਲਬਲੀ ਮਚਦੀ ਹੈ। ਉਸ ਆਤਮਿਕ ਕ੍ਰਾਂਤੀ ਨੂੰ ਕੁਝ ਲੋਕ ਜਾਂ ਵੱਡੀ ਗਿਣਤੀ ਉਹ ਬਰਦਾਸ਼ਤ ਨਹੀਂ ਕਰ ਪਾਉਂਦੇ। ਉਹ ਫਿਰ ਆਤਮਿਕ ਭ੍ਰਾਂਤੀ, ਕਨਫਿਊਜ਼ਨ, ਡਾਊਟ 'ਤੇ ਚਲੀ ਜਾਂਦੀ ਹੈ। ਇੱਥੋਂ ਇਲਿਊਜ਼ਨ ਪੈਦਾ ਹੁੰਦਾ ਹੈ। ਇਹ ਇਲਿਊਜ਼ਨ ਜਿਹੜਾ ਆ, ਇਹ ਫਿਰ ਬੰਦੇ ਨੂੰ ਸਮਝ ਵੀ ਆਉਂਦਾ ਸਭ ਕੁਛ, ਪਰ ਉਹ ਸਮਝਣਾ ਨਹੀਂ ਚਾਹੁੰਦਾ। ਫੋਰਗੇਟ ਅਬਾਊਟ ਇਟ। ਹੁਣ ਦਿਸਦਾ ਸੱਚ ਆ ਜਾਂ ਝੂਠ ਇਹ ਹੈ, ਪਰ ਉਹ ਆਪਣੇ ਆਪ ਨੂੰ ਚੀਟ ਕਰਦਾ ਆ। ਆਤਮ ਭ੍ਰਾਂਤੀ ਹੈ ਇਹ ਦਸ਼ਾ। ਕਈ ਵਾਰ ਤੇ ਲੋਕੀ ਹਿਪੋਕ੍ਰੇਸੀ ਜੀਵੀ ਜਾਂਦੇ ਨੇ, ਕਈ ਵਾਰ ਜੀ ਨਹੀਂ ਪਾਉਂਦੇ। ਫਿਰ ਜੀ ਨਹੀਂ ਪਾਉਂਦੇ, ਫਿਰ ਇਹਦੇ ਲਈ ਸਹਾਈ ਹੁੰਦੀਆਂ ਨੇ ਕੁਛ ਚੀਜ਼ਾਂ, ਜਿਵੇਂ ਨਸ਼ੇ ਨੇ। ਬੰਦਾ ਮਦਹੋਸ਼ ਹੋ ਜਾਣਾ ਚਾਹੁੰਦਾ, ਬੰਦਾ ਆਪਣੀ ਉਸ ਸੈਲਫ ਨੂੰ ਭੁੱਲ ਜਾਣਾ ਚਾਹੁੰਦਾ ਜਿਹੜੀ ਉਹਨੂੰ ਤੰਗ ਕਰ ਰਹੀ ਹੈ। ਬੰਦਾ ਇੱਕ ਡਰੀਮ ਵਰਲਡ 'ਚ ਜੀਣਾ ਚਾਹੁੰਦਾ ਹੈ। ਐਕਚੁਅਲ ਲੈਵਲ 'ਤੇ ਇਹ ਹੈ। ਆਈ ਹੈਵ ਐਕਚੁਅਲੀ read so much literature toward that side, and most of that addiction is coming when people think we can self-medicate. They are using drugs or substance as a self-medication. If I have that, I feel good. Why? Without that, you're not able to feel good. What kind of human are you? That means you're lacking something. This substance, this kind of a drug is giving you some kind of fulfillment. Yes, because ਜਿਹੜਾ illusion ਆ, ਉਹ illusion ਬਣਾ ਕੇ ਰੱਖਣਾ ਚਾਹੁੰਦੀ ਹੈ। ਉਹ illusion ਜਾਂਦਾ ਖੁਸ਼ ਹੋ ਜਾਂਦਾ ਹੈ, ਉਹਨੂੰ ਚੰਗਾ ਲੱਗਦਾ ਆ, ਉਹਨੂੰ ਸਭ ਚੀਜ਼ਾਂ ਭੁੱਲ ਜਾਂਦੀਆਂ ਨੇ। ਇਹਨੂੰ ਹੀ ਕਹਿੰਦੇ ਨਾ ਸੀ, ਇਹਨੂੰ ਕਹਿੰਦੇ ਕਿ ਇਹਦੀ ਜਿਹੜੀ ਇੰਪੇਅਰਡ ਜਜਮੈਂਟ, ਮਤ ਹੀ ਜੱਜ ਕਰਦੀ ਨਾ ਸਾਰਾ ਕਾਸੇ ਨੂੰ। ਫਿਰ ਜਿੱਥੇ ਇੰਪੇਅਰਡ ਹੋ ਗਈ, ਜਿੱਥੇ ਮਤ ਦਾ ਲੈਵਲ ਨੀਵਾਂ ਆ ਗਿਆ, ਨਾ ਹੈਪੀ ਬਿਕੋਜ਼ ਜਿਹਨੂੰ ਮਹਾਰਾਜ ਨੇ ਬਾਣੀ 'ਚ ਕਿਹਾ ਸੀਗਾ ਕਿ ਜਿੱਤ ਪੀਤਾ ਮਤ ਦੂਰ ਹੋਏ, ਬਰਲ ਪਵੈ, ਬਰਲਾ ਜਾਣਾ, ਬਰਲਾਣ ਦੀ ਅਵਸਥਾ। ਪੰਜਾਬੀ 'ਚ ਬੱਕਰੇ ਬੁਲਾਉਣੇ ਜਿਹਨੂੰ ਕਹਿੰਦੇ ਨੇ। ਵਾਟ ਇਜ਼ ਦਿਸ? ਦੈਟ ਇਜ਼ ਇਲਿਊਜ਼ਨ। ਪੀਪਲ ਵਾਂਟ ਟੂ ਲਿਵ ਇਨ ਇਲਿਊਜ਼ਨ। ਇਹ ਜਿਹੜੀਆਂ ਚੀਜ਼ਾਂ, ਇਹ ਸਭ ਰੂਪ ਜਿਹੜਾ ਹੈਗਾ, ਇਹ ਆਤਮ ਭ੍ਰਾਂਤੀ। ਪਰ ਆਤਮ ਭ੍ਰਾਂਤੀ ਜਿਹੜੀ ਹੈ ਲੰਬਾ ਸਮਾਂ ਬੰਦਾ ਕੈਰੀ ਨਹੀਂ ਕਰ ਸਕਦਾ। ਦੈਟਸ ਵਾਈ ਪੀਪਲ ਹੂ ਹੈਵ ਲਿਟਲ ਬਿਟ ਹਾਇਰ ਇੰਟਲੈਕਟ, they cannot tolerate it. Either they can become totally saintly people, like ਅਸੀਂ ਬਹੁਤ ਸਾਰੀਆਂ ਤਵਾਰੀਖ ਸਟੋਰੀਜ਼ ਪੜ੍ਹਦੇ ਹਾਂ, ਸਭ ਚੀਜ਼ਾਂ। otherwise they gonna kill themselves. ਇਹਦੇ ਲਈ ਤੁਸੀਂ ਬਹੁਤ ਸਾਰੇ ਨਾਮ ਪੜ੍ਹ ਸੁਣ ਸਕਦੇ ਹੋ। ਜੇ ਮੈਂ ਉਸ ਰੂਪ ਵਿੱਚ ਕਹਾਂ, ਪੰਜਾਬੀ ਜ਼ਬਾਨ ਦਾ ਇੱਕ ਸ਼ਾਇਰ, ਇੱਕ ਨਹੀਂ ਕਈ ਸ਼ਾਇਰ ਹੋਏ ਵੈਸੇ ਤੇ, ਜਿਵੇਂ ਬਟਾਲਵੀ ਹੈ। ਕਿੰਨੀ ਛੋਟੀ ਉਮਰ ਦੇ ਵਿੱਚ ਕੈਸੇ ਮਤਲਬ ਗੀਤ ਲਿਖ ਮਾਰੇ, ਲੋਕਾਂ ਦਾ ਵਿਜ਼ਨ ਬਦਲ ਦਿੱਤਾ ਲੂਣਾ ਲਿਖ ਕੇ। ਜਿਹਨੂੰ ਲੋਕਾਂ ਨੇ ਇੱਕ ਅਪਰਾਧਨ ਦੇ ਰੂਪ ਵਿੱਚ ਕੈਟਾਗਰੀ 'ਚ ਖੜਾ ਕੀਤਾ, ਉਹਨੇ ਇੱਕ ਨਵਾਂ ਵਿਜ਼ਨ ਦਿੱਤਾ। ਉਹਨੇ ਕਿਹਾ, ਉਹ ਦੁਨੀਆ ਦੇ ਲੋਕੋ ਦੇਖੋ ਤੇ ਸਹੀ, ਆਪਣੀ ਧੀ ਦੀ ਉਮਰ ਦੀ ਔਰਤ ਨੂੰ ਰਾਜਾ ਵਿਆਹ ਕੇ ਘਰ ਲੈ ਕੇ ਆਉਂਦਾ, ਗੁਨੇਗਾਰ ਕੌਣ ਹੈ ਇੱਥੇ? That is totally different vision toward the world. ਨੰਦ ਲਾਲ ਨੂਰਪੁਰੀ ਬਹੁਤ ਕਮਾਲ ਦਾ ਸ਼ਾਇਰ ਸੀਗਾ, ਖੂਹ 'ਚ ਛਾਲ ਮਾਰ ਕੇ ਮਰ ਗਿਆ। ਬੜੇ ਐਸੇ ਲੋਕ ਤੁਹਾਨੂੰ ਮਿਲ ਜਾਣਗੇ। ਇਹ ਕੀ ਹੈ? ਆਤਮ ਭ੍ਰਾਂਤੀ ਜਿਹੜੀ ਹੈ, ਉਹਦਾ ਬੋਝ ਕਿੰਨਾ ਚਿਰ ਚੁੱਕੇਗਾ? ਪਰ ਜੇ ਤੁਸੀਂ ਆਤਮਿਕ ਤੌਰ 'ਤੇ ਸ਼ਾਂਤੀ ਲੱਭਦੇ ਹੋ, ਫਿਰ ਆਤਮਿਕ ਕ੍ਰਾਂਤੀ 'ਚੋਂ ਲੰਘਣਾ ਪਏਗਾ। ਅੰਦਰ ਦੀ ਉਸ ਕਸ਼ਮਕਸ਼ ਸਟਰਗਲ ਨੂੰ। ਪਰ ਇਹਦੇ ਵਾਸਤੇ ਜੇ ਕਿਤੇ ਗੁਰੂ ਮਿਲ ਜਾਏ, ਉਹ ਬਾਂਹ ਫੜ ਲੈਂਦਾ ਆ। ਗੁਰੂ ਅਮਰਦਾਸ ਸਾਹਿਬ, ਕਿਉਂਕਿ ਉਸ ਜਿਹੜੇ ਵੈਸ਼ਨਵ ਸਾਧ ਨਾਲ ਗੱਲ ਹੋਈ ਸੀ, ਸਾਖੀ ਤੁਸੀਂ ਕਈ ਵਾਰੀ ਸੁਣੀ ਹੋ, ਉਹਨੇ ਕਿਹਾ ਸੀ ਤੇਰਾ ਗੁਰੂ ਕੌਣ? ਉਹ ਕਹਿੰਦੇ ਮੈਂ ਗੁਰੂ ਲੱਭ ਰਿਹਾ ਵਾਂ। ਉਹਨੇ ਕਿਹਾ ਓਹੋ, ਮੇਰਾ ਤੇ ਜੀਵਨ ਹੀ ਨਾਸ ਹੋ ਗਿਆ। ਇਹ ਤੇ ਭਟਕ ਗਿਆ, ਇਹਨੂੰ ਤਾਂ ਪਤਾ ਹੀ ਨਹੀਂ। ਪਰ ਇੰਨਾ ਨਹੀਂ ਪਤਾ ਭਟਕੇ ਨੂੰ ਵੀ। ਬਚਨ ਪੜ੍ਹਦੇ ਹਾਂ ਬਾਣੀ 'ਚ, ਭੂਲੇ ਮਾਰਗ ਜਿਨ੍ਹੇ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਜਦੋਂ ਕਿਤੇ ਭਾਗ ਮਥੋਰ ਹੁੰਦੇ, ਉਹ ਜਿਹੜਾ ਗੁਰਿਆ ਫਿਰ ਆ ਕੇ ਬਾਂਹ ਫੜ ਲੈਂਦਾ ਆ। ਉਹਨੇ ਬਾਂਹ ਫੜ ਲਈ। ਤੇ ਬਾਬਾ ਅਮਰਦਾਸ ਨੇ, ਜਿਨ੍ਹਾਂ ਨੇ ਬਚਨ ਲਿਖੇ, ਜਿਹੜੇ ਸਿੱਖ ਸਭ ਤੋਂ ਵੱਧ ਆਪਣੇ ਜੀਵਨ 'ਚ ਪੜ੍ਹਦਾ ਹੈਗਾ, ਆਨੰਦ ਸਾਹਿਬ।
बचन आया आनंद पया मेरी माए सतगुरु मैं पाया। ਜਿਹੜੀ ਮਤ ਆਤਮ ਭ੍ਰਾਂਤੀ ਵਿੱਚ ਲਿਜਾ ਕੇ ਬੌਦਰ ਕਰ ਰਹੀ ਸੀ, ਜਿਹੜਾ ਇੰਟਲੈਕਟ ਲਗਾਤਾਰ ਤੰਗ ਕਰਦਾ ਸੀ ਵੀ ਕਾਹਦੀ ਲਾਈਫ ਆ, ਕਾਹਦੇ ਵਾਸਤੇ ਆ, ਇੱਕ ਲੈਵਲ ਤੇ ਜਾ ਕੇ ਉਹਦੇ ਨਾਲ ਫਿਰ ਕਮਿਊਨੀਕੇਟ ਹੋ ਰਿਹਾ ਮਨ ਦਾ, ਮਨ ਨੂੰ ਦੱਸ ਰਿਹਾ ਉਹ ਮੇਰੀ ਮਤ, ਉਹ ਮੇਰੀ ਮਤਵਾਨਤਾ, ਓ ਮਾਈ ਵਿਜ਼ਡਮ, try to listen, try to understand what I have achieved until now, what I have gained by making connection with my Guru, by making association with my Guru. Anand paya meri mai. I got tons of pleasure. Even you can say the pleasure which is non-measurable. No one can measure it. Unlimited pleasure. ਇਹ ਹੈ ਜ਼ਿੰਦਗੀ ਦੇ ਵਿੱਚ ਖਾਣਾ ਪੀਣਾ ਰਹਿਣਾ ਜਾਗਣਾ ਸੌਣਾ। ਤੁਸੀਂ ਦੇਖੋ ਇਹ ਜਿਹੜਾ ਅਨਲਿਮਟਿਡ ਜਿਹੜੀ ਇਹ 'ਚ ਇਹ ਬਾਤ ਆ ਰਹੀ ਹੈ, ਅਸੀਂ ਕਈ ਵਾਰੀ ਸੁੱਖ ਦੇ ਸਾਧਨ ਤੇ ਸੁੱਖ ਦੀਆਂ ਸੁਵਿਧਾਵਾਂ ਲੱਭਦੇ ਜੀਵਨ ਵਿੱਚ ਦੁਖੀ ਹੋ ਜਾਂਦੇ ਹਾਂ। ਬੰਦਾ ਸੁੱਖ ਲੱਭਦਾ ਦੁੱਖ ਦੀ ਪੰਡ ਇਕੱਠੀ ਕਰ ਲੈਂਦਾ ਹੈਗਾ। ਹਾਲਾਂਕਿ ਜੇ ਕਿਤੇ ਉਹ ਸਟੇਟ ਆਫ ਮਾਈਂਡ ਆ ਜਾਏ ਜਿਹੜੀ ਗੁਰੂ ਅਮਰਦਾਸ ਸਾਹਿਬ ਨੇ ਬਿਆਨ ਕੀਤੀ, ਤੇ ਫਿਰ ਦੁੱਖ ਵੀ ਦੁੱਖ ਨਹੀਂ ਰਹਿੰਦਾ। ਫਿਰ ਅਸੀਂ ਬਾਣੀ ਸ਼ਬਦ ਪੜ੍ਹਦੇ ਹਾਂ, ਕੇਤਿਆਂ ਦੂਖ ਭੂਖ ਸਦ ਮਾਰ, ਇਹ ਪੀ ਦਾਤ ਤੇਰੀ ਦਾਤਾਰ। ਇਹ ਚੀਜ਼ ਆ ਉਸ ਹਰ ਨਾਲ ਜੁੜ ਕੇ ਸੰਘਰਸ਼ ਜੀਵਨ ਦਾ ਨਾਂ, ਜੀਵਨ ਸੰਘਰਸ਼ ਦਾ ਨਾਂ ਹੈ। Struggle is an essential part of human life. We cannot avoid it, and we should not avoid it. We should not try to escape from it. We should live in it. That is the actual life. But by living in struggle kind of situations, sometimes we actually lack our kind of patience. We lack our ਜਿਹਨੂੰ ਅਸੀਂ ਕਹਿ ਸਕਦੇ ਹੈਗੇ ਕਿ ਐਬਿਲਿਟੀ। ਪਰ ਇਹ ਸਭ ਚੀਜ਼ਾਂ ਜੇ ਸਾਡਾ ਸੋਰਸ ਅਕਾਲ ਪੁਰਖ ਵਾਹਿਗੁਰੂ ਹੈ ਤੇ ਆਪਣੇ ਆਪ ਨੂੰ ਸਮਝਿਆ ਹਰ ਤੋਂ ਆਏ ਆ, ਹਰ ਵਿੱਚ ਜਾਣਾ ਆ, ਤੇ ਹਰ ਵਿੱਚੋਂ ਵਸ ਰਿਹਾ ਹੈ, ਤੇ ਮਨਾ ਡਰਨਾ ਘਬਰਾਉਣਾ ਚਿੰਤਾ ਤੁਰ ਹੋਣਾ ਕਾਹਦੇ ਵਾਸਤੇ ਹੈ। ਇੱਥੇ ਬਚਨ ਆ ਰਿਹਾ ਬਿਨ ਹਰ ਕਾਮ ਨਾ ਆਵਤ ਹੈ। ਇਹਦੇ ਤੋਂ ਬਿਨਾਂ ਉਸ ਸਟੇਟ ਆਫ ਮਾਈਂਡ ਤੱਕ ਪਹੁੰਚਣ ਲਈ ਕੋਈ ਹੋਰ ਚੀਜ਼ ਕੰਮ ਨਹੀਂ ਆ ਸਕਦੀ। ਦੈਟ ਇਜ਼ ਦਾ ਓਨਲੀ ਵੇ। We should follow the path of our Guru, and by following the Guru's path we can attain, earn that kind of virtue of life which are going to lead us toward that pleasure. बचन बिन हर काम न आवत है, जास्यो राच माच तुम लागे ओ मोहनी मोहावत है। देखो संसार आ बड़ा मिठा आ, बड़ा चंगा लगता है, बिल्कुल ठीक है, पर ये मिठा चंगा लगता होया बंदा ਇਹਦੇ 'ਚ ਗਵਾਚ ਜਾਂਦਾ ਹੈ। ਕਹਿੰਦਾ ਇਹਨੂੰ ਭੋਗਣ ਲਈ ਤੁਰ ਪੈਂਦਾ ਹੈ, ਇਹਨੂੰ ਆਪਣੀ ਜਗੀਰ ਸਮਝਣ ਲੱਗਦਾ, ਇਹਨੂੰ ਆਪਣੀ ਮਲਕੀਅਤ ਸਮਝਣ ਲੱਗਦਾ ਹੈ, ਤੇ ਇਹਦੇ ਪਿੱਛੇ ਲੜਨ ਮਰਨ ਇਹ ਸਭ ਚੀਜ਼ਾਂ ਲਈ ਤਿਆਰ ਹੋ ਜਾਂਦਾ। ਇਹ ਨਹੀਂ ਕਿ ਸਿੱਖੀ 'ਚ ਸਿੱਖਾਂ ਦੇ ਘਰ ਦੇ ਵਿੱਚ ਤੇ ਸ਼ਾਸਤਰ ਡਿਸਪਲੇ 'ਤੇ ਲੱਗੇ ਨੇ ਗੁਰੂ ਸਾਹਿਬ ਦੇ ਸਰੂਪ ਦੇ ਅੱਗੇ, ਜੰਗਾਂ ਹੀ ਜੰਗਾਂ ਤੁਹਾਨੂੰ ਦਿਸਦੀਆਂ ਨੇ ਸਾਰੇ ਦੀਆਂ ਸਾਰੀਆਂ, ਪਰ ਕੱਲਾ ਨਿਜ ਪ੍ਰਸਤਗੀ ਨਹੀਂ ਉੱਥੇ ਹੈ, ਉੱਥੇ ਅਸੂਲ ਪ੍ਰਸਤਗੀ ਹੈ। ਸਿਧਾਂਤ ਦੇ ਉੱਤੇ ਕਿਸੇ ਵੱਡੇ ਆਸ਼ੇ ਲਈ ਜੀਵਨ ਸਮਰਪਿਤ ਹੋਇਆ ਆ। ਸੈਲਫਲੈਸ ਜਿਹਨੂੰ ਕਹਿੰਦੇ ਆ, ਜਿਹੜਾ ਹੈਗਾ ਸੇਵਾ ਕਰਤ ਹੋਤ ਨੇ ਕਾਮੀ, ਉਹ ਜਿਹੜਾ ਪੱਖ ਆ ਤਿਸ ਕੋ ਹੋਤ ਪ੍ਰਾਪਤ। ਇਹ ਫਿਰ ਜਾ ਕੇ ਸਵਾਮੀ ਦਾ ਰਾਹ ਲੱਭਦਾ ਆ। ਇੱਥੇ ਮਹਾਰਾਜ ਨੇ ਬਿਆਨ ਕੀਤਾ, ਸਭ ਜ਼ਿਕਰ ਕਰਦੇ, ਜਾਂਸਿਓ ਰਾਚ ਮਾਚ ਤੁਮ ਲਾਗੇ, ਜਿਹਦੇ ਵਿੱਚ ਤੂੰ ਰਚਿਆ ਮਚਿਆ ਬੈਠਾ ਹੈ, ਤੈਨੂੰ ਲੱਗਦਾ ਕਿ ਬਸ ਸੰਸਾਰ ਆ, ਇੰਨੇ ਬਣ ਗਏ, ਇੰਨੇ ਜੁੜ ਗਏ, ਇੰਨੇ ਕਮਾ ਲਏ, ਇੱਧਰ ਰੱਖ ਲਏ, ਆ ਭੈਣ ਭਰਾ ਬਣਾ ਲਏ, ਆ ਸੱਜਣ ਮਿੱਤਰ, ਆ ਧੀਆਂ ਪੁੱਤ, ਮਤਲਬ ਇਸ ਕਿਸਮ ਦੀ ਦੁਨੀਆ ਜਿਹੜੀ ਬਣਾਈ ਅਸੀਂ, ਤੇ ਸਾਰੇ ਦੇ ਵਿੱਚ ਅਸੀਂ ਰੱਬ ਦੀ ਹੋਂਦ, ਉਹਦਾ ਅਹਿਸਾਸ, ਤੇ ਜਿਹੜਾ ਸਾਡਾ ਇੱਕ ਆਪਣੇ ਆਪ ਪ੍ਰਤੀ, ਕਾਲੇ ਦੁਆਲੇ ਦੇ ਪ੍ਰਤੀ ਇੱਕ ਮੋਰਲ ਤੇ ਇੱਕ ਬੜੀ ਸਪਿਰਿਚੁਅਲ ਡਿਊਟੀ ਹੈ, ਉਹਨੂੰ ਅਸੀਂ ਭੁਲਾ ਦਈਏ। ਫਿਰ ਸਮਝੋ ਇਹ ਮੋਹਨੀ ਮੁਹਾਵਤ ਹੈ, ਇਹ ਮੋਹਣੀ ਨੇ ਮੋਹ ਲਿਆ।
ਤੇ ਮੋਇਆ ਵੀ ਐਸਾ ਕਿ ਹੋਰ ਤੇ ਕਿਤੋਂ ਛੁੱਟ ਜੇ, ਮੋਹਣੀ ਤੋਂ ਛੁੱਟ ਨਹੀਂ ਸਕਦਾ। ਇਹ ਹੈ ਲੱਖ ਮਿਲ ਜੇ ਤਾਂ ਵੀ ਉਹਦਾ ਸ਼ੁਕਰ ਹੈ, ਕੱਖ ਹੋ ਜਾਏ ਤਾਂ ਵੀ ਉਹਦਾ ਸ਼ੁਕਰ ਹੈ। ਜਿਹਨੂੰ ਗੁਰੂ ਬਾਬਾ ਜੀ ਨੇ ਬਾਣੀ 'ਚ ਬਿਆਨ ਕੀਤਾ ਸੀਗਾ ਕਿ ਜੋ ਦੁੱਖ ਦੇ ਤਾਂ ਤੁਝੇ ਆਰਾਧੀ, ਸੁਖ ਵੀ ਤੁਝੇ ਧਿਆਈ, ਕੀ ਦੁੱਖ ਤੇ ਕੀ ਸੁਖ ਤੇਰੀ ਆਰਾਧਨਾ ਹੈ। ਜੇ ਭੁੱਖ ਦੇ ਤਾਏ ਤੇਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਜੇ ਦੁੱਖ ਭੁੱਖ ਇਹ ਚੀਜ਼ ਜਿਹੜੀ ਹੈ ਇਹ ਮੈਨੂੰ ਤੇਰੇ ਤੋਂ ਨਾ ਦੂਰ ਕਰੇ, ਮੇਰੀ ਹਾਲਤ ਇਹ ਬਣਾ ਦੇ, ਕਰਵਤ ਭਲਾ ਨਾ ਕਰਵਟ ਤੇਰੀ, ਤੇਰੇ ਵੱਲੋਂ ਕਰਵਟ ਆ ਜੇ ਇਹਦੇ ਨਾਲੋਂ ਚੰਗਾ ਕਰਵਤ ਛੱਡ ਜੇ ਸਿਰ ਦੇ ਉੱਤੇ। ਆਈ ਡੋਂਟ ਵਾਂਟ ਟੂ ਇਵਨ ਲਿਵ ਇਨ ਦਿਸ ਵਰਲਡ ਵਿਦਾਊਟ ਹੈਵਿੰਗ ਦ ਪ੍ਰੈਜ਼ੈਂਸ ਆਫ ਓ ਮਾਈ ਐਗਜ਼ਿਸਟੈਂਸ। ਤੇਰੀ ਐਗਜ਼ਿਸਟੈਂਸ, ਉਹ ਜਿਹੜੀ ਐਗਜ਼ਿਸਟੈਂਸ ਉਹਦੀ ਪ੍ਰੈਜ਼ੈਂਸ ਤੋਂ ਬਿਨਾਂ ਆਈ ਡੋਂਟ ਵਾਂਟ ਟੂ ਲਿਵ ਇਨ ਦਿਸ ਵਰਲਡ। ਮੇਰੀ ਹੋਂਦ ਤੇਰੀ ਹੋਂਦ ਵਿੱਚ ਹੈ, ਮੇਰੀ ਜਿਹੜਾ ਉਹ ਸਪਿਰਿਚੁਅਲ ਸਾਈਡ ਹੈ, ਜਿਹੜੀ ਸਪਿਰਿਟ ਦਾ ਲੈਵਲ ਹੈ, ਮੇਰੇ ਅੰਦਰ ਬਰਕਰਾਰ ਰਹੇ। ਤੇ ਇਸ ਚੀਜ਼ ਤੋਂ ਤੋੜਦੀ ਕੌਣ ਹੈ? ਉਹ ਮੋਹਣੀ ਮੁਹਾਵਤ ਹੈ। ਜਦੋਂ ਬੰਦਾ ਉਹਦੇ ਮਗਰ ਭੱਜਦਾ ਉਹ ਫਿਰ ਉਹ ਗਵਾ ਲੈਂਦੀ, ਆਪਣੇ ਮਗਰ ਲਾ ਲੈਂਦੀ ਹੈ। ਅਗਲਾ ਬਚਨ ਹੈ, ਕਨਕ ਕਾਮਨੀ ਸੇਜ ਸੋਹਣੀ ਛੋੜ ਕੇ ਨਾ ਮੈਂ ਜਾਵਤ ਹੈ। ਕਨਕ ਕਾਮਨੀ ਸੇਜ ਸੇਜ ਸੋਹਣੀ ਛੋੜ ਕੇ ਨਾ ਮੈਂ ਜਾਵਤ ਹੈ। ਕਨਕ ਸੋਨਾ ਕਾਮਨੀ ਇਸਤਰੀ, ਧੀਆਂ ਬੱਚੇ ਸਭ ਇਹਦੇ ਚਾਲ ਉਸ ਤਰੀਕੇ। ਸੇਜ ਸੋਹਣੀ, ਸੋਹਣੀਆਂ ਸੇਜਾਂ ਵਿਛਾਉਣੀਆਂ। ਮੈਂ ਬੇਨਤੀ ਕੀਤੀ, ਭੋਗਣ ਦੀ ਬਿਰਤੀ ਬੰਦੇ 'ਚ ਪਈ ਹੈ। ਬੰਦਾ ਮਨ ਪਾਉਂਦਾ ਖਾਣਾ, ਮਨ ਪਾਉਂਦਾ ਪਾਣਾ, ਮਨ ਪਾਉਂਦਾ ਸਪਰਸ਼ ਕਰਨਾ, ਇਹੀ ਬੰਦੇ ਦਾ ਜੀਵਨ ਹੈ। ਬੰਦਾ ਇਹਦੇ 'ਚ ਜੀਵਨ ਲਾ ਦਿੰਦਾ ਕਿ ਬਸ ਇਹੀ ਚੀਜ਼ ਮੈਨੂੰ ਜਿਹੜੀ ਹੈ ਮੁਯੱਸਰ ਰਹੇ। ਤੇ ਗੁਰੂ ਮਹਾਰਾਜ ਨੇ ਕਿਹਾ, ਖਾਓ ਚੰਗਾ, ਪਾਓ ਚੰਗਾ, ਹੰਡਾਓ ਚੰਗਾ। ਗ੍ਰਸਤ ਨੂੰ ਗੁਰੂ ਬਾਬਾ ਜੀ ਨੇ ਧਰਮ ਦਾ ਦਰਜਾ ਦੇ ਦਿੱਤਾ। ਪਰ ਇਹ ਸਭ ਕਰਦਿਆਂ ਹੋਇਆਂ ਜਿਹੜਾ ਅਸਲ, ਜਿਹੜਾ ਸਾਡਾ ਯੂਨੀਵਰਸਲ ਧਰਮ ਆ, ਅਸੀਂ ਉਹਨੂੰ ਨਾ ਛੱਡ ਦਈਏ, ਉਹਦੀ ਪ੍ਰਤਿਪਾਲਣਾ ਜ਼ਰੂਰ ਹੋਏ। ਆਲੇ ਦੁਆਲੇ ਦੇ ਨਾਲ ਸਾਂਝ ਸਾਡੀ ਸੇਵਾ ਦੇ ਰੂਪ ਵਿੱਚ ਰਹੇ। ਆਲੇ ਦੁਆਲੇ ਨਾਲ ਸਾਂਝ ਤੁਹਾਡੀ ਇੱਕ ਬੜੀ ਸੰਵੇਦਨਸ਼ੀਲ ਰੂਪ ਦੇ ਵਿੱਚ, ਬੜੀ ਜਿਹਨੂੰ ਕਿਹਾ ਜਾਏ ਕਿ ਐਂਪਥੀ ਦੇ ਲੈਵਲ 'ਤੇ ਹੋਏ। ਤੁਸੀਂ ਕਰੂਰ ਹੋ ਕੇ, ਗੁਨਹਗਾਰ ਹੋ ਕੇ ਆਲੇ ਦੁਆਲੇ ਨੂੰ ਮਲੀਆਂ ਮੇਟ ਕਰਨ ਵਾਲੇ ਪਾਸੇ, ਬਰਬਾਦ ਕਰਨ, ਤਬਾਹ ਕਰਨ, ਜਾਂ ਇਤਨੇ ਕੁ ਸਵਾਰਥੀ ਹੋ ਜਾਓ ਕਿ ਸਿਰਫ ਆਪਣੇ ਆਪ ਤੋਂ ਬਿਨਾਂ ਕੋਈ ਦੱਸੇ ਨਾ। ਦੈਟ ਇਜ਼ ਨੋਟ ਐਕਚੁਅਲੀ, ਇਹ ਨਹੀਂ। ਇਹ ਫਿਰ ਛੋਟੀ ਤੋਂ ਛੋਟੀ ਚੀਜ਼ ਤੋਂ ਲੈ ਕੇ ਵੱਡੀ ਤੋਂ ਵੱਡੀ ਪ੍ਰੈਕਟਿਸ ਤੱਕ, ਐਕਸਰਸਾਈਜ਼ ਤੱਕ ਜਾਣਾ ਤੁਸੀਂ। ਬਚਨ ਆ ਰਿਹਾ ਇੱਥੇ, ਕਨਕ ਕਾਮਨੀ ਸੇਜ ਸੋਹਣੀ ਛੋੜ ਕੇ ਨਾ ਮੈਂ ਜਾਵਤ ਹੈ। ਉਰਜ ਰਿਓ ਇੰਦਰੀ ਰਸ ਪ੍ਰੇਰਿਓ, ਬਿਖੈ ਠਗੌਰੀ ਖਾਵਤ ਹੈ। ਜਿਸ ਇੰਦਰੀਆਂ ਦੇ ਰਸ ਦੇ ਮਗਰ ਤੋਂ ਲੱਗਾ ਆ, ਅੱਖਾਂ ਕੰਨਾਂ ਮੂੰਹ ਤੇ ਸਪਰਸ਼ ਦਾ ਰਸ ਜਿਹੜਾ ਤੈਨੂੰ ਲਗਾਤਾਰ ਜਿਹੜਾ ਮਾਰ ਰਿਹਾ ਹੈਗਾ, ਉਹਦੇ ਵਿੱਚ ਤੂੰ ਉਲਝਿਆ ਹੋਇਆ। ਉਰਜ ਰਿਓ ਇੰਦਰੀ ਰਸ ਪ੍ਰੇਰਿਓ, ਬਿਖੈ ਠਗੌਰੀ, ਇਹ ਜ਼ਹਿਰ ਰੂਪ ਠਗੌਰ, ਠੱਗ ਬੂਟੀ ਹੈ ਜਿਹੜੀ, ਜਿਵੇਂ ਠੱਗ ਬੂਟੀ ਹੁੰਦੀ, ਕਿਸੇ ਨੂੰ ਸੁੰਘਾ ਦਿਓ ਤਾਂ ਉਹ ਬੇਹੋਸ਼ ਹੋ ਜਾਂਦਾ। ਬੰਦੇ ਦੀ ਹਾਲਤ ਇਸ ਮਾਇਆਵੀ ਸੰਸਾਰ ਦੇ ਵਿੱਚ ਐਸੀ ਹੈ ਕਿ ਇਹ ਬੰਦੇ ਨੂੰ ਐਸੀ ਇੱਕ ਵਾਰੀ ਜਦੋਂ ਆਉਂਦੀ ਹੈ ਤੇ ਉਹ ਫਿਰ ਵਿਸਰ ਜਾਂਦਾ ਸਭ ਕੁਝ। ਰੱਬ ਵੀ ਵਿਸਰ ਜਾਂਦਾ, ਰੱਬ ਦਾ ਭੈ ਵੀ ਵਿਸਰ ਜਾਂਦਾ ਹੈਗਾ। ਇੱਥੇ ਮਹਾਰਾਜ ਕਹਿੰਦੇ, ਉਰਜ ਰਹਿਓ ਇੰਦਰੀ ਰਸ ਪ੍ਰੇਰਿਓ, ਬਿਖੈ ਠਗੌਰੀ ਖਾਵਤ ਹੈ। ਤ੍ਰਿਣਕੋ ਮੰਦਰ ਸਾਜ ਸਵਾਰਿਓ, ਪਾਵਕ ਤਲੈ ਜਰਾਵਤ ਹੈ। ਤ੍ਰਿਣਕੋ ਮੰਦਰ, ਉਹ ਕੈਸਾ ਸਿਆਣਾ ਬੰਦਾ ਹੋਏਗਾ, ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ, ਜਿਹੜਾ ਸਾਰਾ ਮਹਿਲ ਕੱਖ ਫੂਸ ਦਾ ਇਕੱਠਾ ਕਰੇ, ਮਤਲਬ ਤਿਣਕਿਆਂ ਵਗੈਰਾ ਦਾ। ਸਪੋਜ਼ ਕਰੋ ਕਿ ਜਿਹੜੀਆਂ ਚੀਜ਼ਾਂ ਈਜ਼ੀਲੀ ਫਾਇਰ ਕੰਟੇਨ ਕਰ ਲੈਂਦੀਆਂ ਨੇ, ਅੱਗ ਫੜ ਲੈਂਦੀਆਂ ਨੇ, ਉਸ ਸਾਰੇ ਸਮਾਨ ਦਾ, ਸੁੱਕੀ ਲੱਕੜ ਦਾ, ਉਹ ਸਾਰੇ ਦਾ ਘਰ ਬਣਾ ਰਿਹਾ ਹੋਏ। ਤੇ ਚਲੋ ਅਸੀਂ ਵੀ ਇੱਥੇ ਘਰ ਥਾਂ ਸਾਡੇ ਬਹੁਤੇ ਲੱਕੜ ਦੇ ਹੁੰਦੇ ਨੇ, ਥੋੜ੍ਹੀ ਜਿਹੜੀ ਹੈਗੀ ਹੈ ਈਜ਼ੀਲੀ ਜਿਹੜੀ ਚੀਜ਼ ਨੂੰ ਫਾਇਰ ਆ ਸਕਦੀ, ਉਹਦੇ ਸਾਰਾ ਘਰ ਮਕਾਨ ਬਣਦੇ, ਕਿਉਂਕਿ ਇਨਵਾਇਰਮੈਂਟ ਐਵੇਂ ਦਾ ਇੱਥੇ ਰਹਿਣ ਵਾਲਾ। ਪਰ ਇਹ ਸਭ ਹੋਣ ਦੇ ਨਾਲ ਜਿਹੜੇ ਫਾਇਰ ਖਾਸ ਕਰਕੇ ਉਹਨਾਂ ਨੂੰ ਮੈਜਰਮੈਂਟਸ ਹੈਗੇ ਨੇ ਫਾਇਰ ਸੇਫਟੀ ਦੇ, ਉਹ ਕਿੰਨੇ ਵਧੀਆ ਤਰੀਕੇ ਨਾਲ ਲਏ ਜਾਂਦੇ ਨੇ। ਹਰ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਫਾਇਰ ਅਲਾਰਮ ਲਾਇਆ ਜਾਂਦਾ ਹੈਗਾ, ਸੇਫਟੀ ਐਗਜ਼ਿਟ ਬਣਾਏ ਜਾਂਦੇ ਨੇ, ਐਵਰੀਥਿੰਗ। ਅਤੇ ਪ੍ਰੋਪਰਲੀ ਚੈੱਕਅਪਸ ਹੁੰਦੇ ਨੇ ਜਿੱਥੇ ਪਬਲਿਕ ਆਉਂਦੀ, ਖਾਸ ਕਰਕੇ ਉਹਨਾਂ ਜਗ੍ਹਾ ਜੇ ਘਰਾਂ ਦੇ ਵਿੱਚ ਵੀ ਹੈ, ਉੱਥੇ ਵੀ ਬਕਾਇਦਾ ਤੌਰ 'ਤੇ ਅਵੇਅਰਨੈਸ ਵੀਕ ਚਲਾਈ ਜਾਂਦੀ ਹੈ। ਸਕੂਲਾਂ 'ਚ ਅਵੇਅਰ ਕੀਤਾ ਜਾਂਦਾ, ਉਹਨਾਂ ਨੂੰ ਕਿਹਾ ਜਾਂਦਾ ਭਾਈ ਟਾਈਮ ਟੂ ਟਾਈਮ ਦੇ ਆਲਵੇਜ਼ ਟਾਕ, ਆਲਵੇਜ਼ ਟੈਲ ਦੈਟ ਇਹ ਸਭ ਚੀਜ਼ਾਂ ਹੋ ਰਹੀਆਂ ਨੇ। ਇਹ ਸਭ ਚੀਜ਼ਾਂ ਮਤਲਬ ਤਾਂ ਕਿ ਸੇਫਟੀ ਰਹੇ। ਪਰ ਜਿੱਥੇ ਤੋਲਟ ਹੋ ਜਾਏ, ਸਾਰਾ ਘਰ ਮਕਾਨ ਜਿਹੜਾ ਹੈਗਾ
ਫਲੇਮੇਬਲ ਚੀਜ਼ਾਂ ਨਾਲ ਬਣਾਇਆ ਜਾਏ ਤੇ ਉਸ ਤੋਂ ਬਾਅਦ ਉਹਦੇ ਥੱਲੇ ਲਿਟਰਲੀ ਤੌਰ ਤੇ ਫਲੇਮ ਅੱਗ ਲਾਤੀ ਜਾਏ ਤੇ ਵਿੱਚ ਆ ਪੈ ਜੇ ਬੰਦਾ, ਕੈਸੀ ਹਾਲਤ ਹੋਏਗੀ। ਇਹ ਜਿਹੜਾ ਸੰਸਾਰ ਅਸੀਂ ਬਣਾ ਰਹੇ ਹਾਂ, ਇਸ ਸੰਸਾਰ ਦਾ ਮਤਲਬ ਜਿਹੜੀ ਅਸੀਂ ਦੁਨੀਆ ਸਿਰਜ ਰਹੇ ਹਾਂ ਆਪ, ਜਿਸ ਦੁਨੀਆ ਦੇ ਵਿੱਚ ਈਰਖਾ, ਦਵੈਖ, ਸਾੜੇ, ਕ੍ਰੋਧ, ਵਿਖਾਵਾ, ਲੋਭ, ਵਾਸ਼ਨਾ, ਇਹ ਜ਼ੋਰਾਵਰ ਹੈ ਸਾਡੇ ਉੱਤੇ। ਇਹਦੇ ਇਨਫਲੂਐਂਸ ਦੇ ਵਿੱਚ ਇਹ ਸਾਡੀ ਲਾਈਫ ਨੂੰ ਡਰਾਈਵ ਕਰ ਰਹੀ ਹੈ। ਦੈਟ ਇਜ਼ ਦ ਮੇਨ ਡਰਿਵਨ ਪਾਰਟ ਆਫ ਆਵਰ ਲਾਈਫ। ਵੀ ਵਾਂਟ ਟੂ ਬੀ ਸਮਥਿੰਗ। ਵਾਈ? ਬਿਕੋਜ਼ ਵੀ ਵਾਂਟ ਟੂ ਟੈਲ ਅਦਰ ਪੀਪਲ ਹੂ ਵੀ ਆਰ। ਇਹ ਜਿਹੜਾ ਫੇਕ ਇੱਕ ਪ੍ਰਾਈਡ ਆ, ਇਹ ਮਾਰੇਗਾ। ਇਹ ਹੈ ਮੰਦਰ ਤੇ ਬੜਾ ਵਧੀਆ ਬਣ ਰਿਹਾ, ਥੱਲੇ ਅੱਗ ਬਾਲ ਰਿਹਾ ਬੰਦਾ ਜਿੱਥੇ ਇਹ ਸੋਚ ਰਿਹਾ ਕਿ ਓਕੇ ਆਈ ਐਮ ਅਚੀਵਿੰਗ ਸਮਥਿੰਗ ਸੋ ਦੈਟ ਆਈ ਕੈਨ ਜੈਲਸ ਅਦਰ, ਮੈਂ ਦੂਜਿਆਂ ਨੂੰ ਕੁਝ ਉਸ ਲੈਵਲ ਤੇ ਉਹਨਾਂ ਨੂੰ ਸਾੜ ਸਕਾਂ, ਵਿਖਾਵਾਂ ਉਹਨਾਂ ਨੂੰ ਮੈਂ ਕੀ ਹਾਂ। ਬੰਦੇ ਦੇ ਲਿਬਾਸ ਪਾਣੇ, ਖਾਣਾ ਪੀਣਾ, ਸਭ ਇੰਟੈਂਸ਼ਨ ਹੀ ਕੁਝ ਹੋਰ ਹੋ ਗਈ। ਗੁਰੂ ਬਾਬਾ ਜੀ ਨੇ ਬਿਆਨ ਕੀਤਾ, ਤ੍ਰਿਣ ਕੋ ਮੰਦਰ ਸਾਜ ਸੁਆਰਿਓ ਪਾਵਕ ਤਲੇ ਜਰਾਵਤ ਹੈ, ਐਸੇ ਗੜ ਮੈਂ ऐठ हठीलो फूल फूल क्या पावत है। हो मूर्ख, ऐसे गढ़ में ऐठ हठीलो, हठी हो के बिच नहीं 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 मैं नहीं डरदा, मैं नहीं डरदा, अग लगी दिस भी रहा। गुरु अर्जन साहब का हुक्मनामे का कई भी शब्द पढ़ते हैं। महाराज जिक्र करते हो, रब जी ये अकाल पुरख वाहिगुरू तू मेरे अंदर चार चफेरे हर जगह ते मौजूद मुयसर है, मेरी मिन्नत है तेरे अगे, मेरी बांह फड़ लै, मैनू बचा लै, मेरे बचन का कोई चांस नहीं है। सानू समझाया, सानू सिखाया। महाराज क्यों एवें कह रहे हो? शब्द असी पढ़ते हाँ, महाराज जिक्र करते कि राख लिहो ए बिखई जियो, दे के अपना नाम, अपना नाम दे तो बचा राखा बनेगा। राखा एक हमारा स्वामी, तू जो स्वामी मेरा राखा बनेगा, जेड़ा सगल कटांका अंतरजामी, फिर होएगा घर सुख वसिया बाहर सुख पाया, अंदर बाहर सब सुख सांद हो जाएगी। पर होएगा उस जो तू राखा होएगा, तू बाह फड़ेगा मेरी। सो राख लिहो ए बिखही जियो, दे के अपना नाम। क्यों गुरु अर्जन साहब एवं क्यों कह रहे हो? कहने इस करके कह रहे हैं, जानते ना ही को सुखी ता कह पाछे जाओ। जिस चीज तो अज तक किसी नू सुख नहीं मिलिया, ये उधर भज रहा, लगातार भज रहा। राख लिहो ये बिखई जियो, ऐसे गढ़ में ऐठ हठीलो, एहो जिहा हठी हो के भी पता भी है, दिस भी रहा, फिर विच हठी हो के बैठा धक्के दे नाल, फिर कहंदा नहीं 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 मैं नहीं उठांगा, मैं नहीं जावांगा। बर्बादी, तबाही कौन बचा सकता है? लेट्स कम टू टुडेज वर्ल्ड। We are dealing with actually coronavirus, COVID-19 situation. If we pay attention, how did it start? Then definitely we can see some human errors. And that's just beginning of new era, I'm telling you. This is just the beginning of new era. Because we have done a lot of damage toward everything, toward our own habitat, environment. And now whatever we have actually planted or sown until now, that is coming as a result, as a fruit. That is the fruit. We are not welcoming this fruit. We are saying, no, that's unacceptable. How Mother Nature can be that much harsh toward human? Mother Nature is killing only humans, yes, because human has done something wrong for themselves. They have actually damaged their own environment. Moreover, people are not taking it as a lesson. Just some kind of blame game, some kind of critical things are happening, and top of that, they are frustrated. They are thinking, why actually our life is actually people are putting on a pause. However, people are trying, especially authority. I'm saying authorities are trying to save us. They are also responsible for all this mess, but no one actually
We cannot say any individual, any one organization, one people, actually authority is responsible for it. We are all as a human race responsible for that. But if we are take this responsibility, then definitely we have to fix it as a, you can say, all together. That is our, actually, this is our goal of whole, everyone's goal. Everyone should participate towards some kind of solution. The solution is, we should reconsider, we should rethink how are we living in this world. As we are living in this world, that is unnatural, that is unacceptable. But who cares? That is, ऐसे गढ़ में ऐठ हठीलो. कितना stubborn है? Hठीलो, stubborn, who is even not actually having some kind of remorsefulness what he or she has done in this world. ਆ ਜਿਹੜੀ ਚੀਜ਼ ਆ ਇਹ ਗੁਰੂ ਅਰਜਨ ਸਾਹਿਬ ਕਹਿੰਦੇ ਬੰਦੇ ਦੀ ਇਹ ਮਾਨਸਿਕਤਾ ਬਣ ਗਈ ਹੈ. ਕੌਣ ਬਚਾਏਗਾ? ऐसे गढ़ में ऐठ हठीलो फूल फूल क्या पावत है ते फुल फुल के फिर की दसदा. इवन ਲੋਕੀ ਚੰਗਾ ਕੰਮ ਕੀਤਾ ਹੋਏ ਗੁਮਾਨ ਤੇ ਉਹਦਾ ਵੀ ਨਹੀਂ ਹੋਣਾ ਚਾਹੀਦਾ, ਪਰ ਜੋ ਮਾੜਾ ਹਾਲਤ ਆ, ਜਿਹੋ ਜੀ ਮਾੜੀ ਜੀਵਨ ਜਾਂਚ ਅਡਾਪਟ ਕਰ ਲਈ, ਉਹਨੂੰ ਵੀ ਫਿਰ ਬੰਦਾ ਬੜਾ ਫੁੱਲ ਕੇ ਬਿਆਨ ਕਰਦਾ ਵੀ ਲੈ ਅਸੀਂ ਜਿਨ੍ਹਾਂ ਨੇ ਜਿਹੜਾ ਮਾੜੇ ਕੰਮ ਕੀਤੇ ਉਹਨੇ ਕੋ ਕਰ ਸਕਦਾ ਹੈ ਸਭ ਚੀਜ਼ਾਂ, ਬਰਬਾਦੀ ਤਬਾਹੀ ਦੇ ਰੂਪ ਦੇ ਵਿੱਚ. ਅਗਲਾ ਬਚਨ ਹੈ, ਪੰਚ ਦੂਤ ਮੂੰਡ ਪਰ ਠਾਂਡੇ ਕੇਸ ਗਹੇ ਫੇਰਾਵਤ ਹੈ. चेते रखें, पंचदूत मूंड पर ठांडे, मुंडी पंचदूत ते तेरे केस गहे फेरावत है. तेरे केस हाथ च फड़ के तेरा मुंह अपने तौर पर लगाम फड़ के जिवें किसी नूं चलाईदा है, तेरे वाल उन्होंने फड़े ने. उत्थों मिसाल दी है, वकारां दी दुनिया इन्नी जोरावर हो गई तेरे उत्ते, सही गलत का फैसला तेरे वसों बाहर हो गया. इत्थे जाके फिर अरदास आ, फिर तरला आ. पर महाराज कहते दृष्ट न आवे अंध ज्ञानी सोए रहो मदमावत है. घर नूं अग लगी होए, सब कुछ होया होए, तो बंदा शराब नाल नशे नाल डक करके पिया होए, हू केयर. उसनूं दृष्ट न आवे अंध ज्ञानी कित्थे दिसेगा सन्ने नूं. अज तुसीं देखो ਸਾਡੇ ਇੱਥੇ ਨਾਰਥ ਅਮਰੀਕਾ ਦੇ ਵਿੱਚ ਈਵਨ ਕਰੋਨਾ ਦੀ ਗੱਲ ਹੀ ਕਰੀਏ, ਇੰਨੀ ਸਿਵਲਾਈਜ਼ ਸੁਸਾਇਟੀ ਮੰਨਦੇ ਆ, ਐਜੂਕੇਟਡ ਸੁਸਾਇਟੀ ਮੰਨਦੇ ਆ, ਡੈਮੋਕ੍ਰੇਸੀ ਦੇ ਵਿੱਚ ਇਹ ਰੋਲ ਮਾਡਲ ਦੇ ਤੌਰ 'ਤੇ ਨੂੰ ਐਕਸੈਪਟ ਕੀਤਾ ਜਾਂਦਾ ਹੈਗਾ. ਐਂਡ ਪੀਪਲ ਆਰ ਟੋਟਲੀ ਇਨਫੋਰਮਡ ਫॉर ਈਚ ਐਂਡ ਐਵਰੀਥਿੰਗ, ਐਂਡ ਆਲਮੋਸਟ ਲਿਟਰੇਸੀ ਇਜ਼ ਐਵਰੀਵੇਅਰ, ਐਂਡ ਦੇਅਰ ਯੂ ਕੈਨ ਸੇ ਕਾਊਂਟਲੈਸ ਰਿਸੋਰਸਿਸ which we can use to share information with each other. But still coronavirus is spreading unlimitedly. How come? The one thing, people are playing ignorance card. Who care? Why are they so much ignorant for human life, for their own life, for their own beloved ones? Because drishna ame andha gyani soye reho madmavat hai. Because they are in the influence of some kind of substance, and that substance is, I am the superior, I know everything, you don't have to tell me, I know what to do. ਆ ਜਿਹੜੀ ਚੀਜ਼ ਆ, ਇਹ ਬੰਦੇ ਨੂੰ ਫਿਰ ਸਿੱਖ ਨਾ ਬਣਨ ਦਿੰਦੀ ਬੰਦੇ ਨੂੰ. ਅਗਲਾ ਬਚਨ ਹੈ, ਜਾਲ ਪਸਾਰ ਚੋਗ ਬਿਸਥਾਰੀ ਪੰਖੀ ਜੋ ਫਹਾਵਤ ਹੈ. ਵਾਹ ਦਾਤਾ, ਕੈਸਾ ਕਰਮ ਕੀਤਾ ਤੂੰ. ਇਸ ਪੰਛੀਆਂ ਨੂੰ ਜਾਲ ਪਸਾਰ ਚੋਗ ਬਿਸਥਾਰੀ, ਚੋਗਾ ਵੀ ਪਾਇਆ ਤੇ ਜਾਲ ਵੀ ਪਾਇਆ. ਇਹੀ ਹੈ ਕੁਦਰਤ ਦੀ ਖੇਡ. ਵਿੰਦਾ ਪਿਆ ਸਾਰਾ ਕੁਝ, ਫਸਦਿਆਂ ਨੂੰ ਵੇਖ ਰਿਹਾ, ਰੋਂਦਿਆਂ ਨੂੰ ਵੇਖ ਰਿਹਾ, ਕੁਰਲਾਂਦਿਆਂ ਨੂੰ ਵੇਖਦਾ, ਫਿਰ ਆਪ ਦਾਣੇ ਚੁਗਣ ਵਾਸਤੇ ਜਾ ਰਿਹਾ. ਫਿਰ ਉਹ ਹਾਲਤ ਬਣ ਗਈ ਹੈ. ਜਾਲ ਪਸਾਰ ਚੋਗ ਬਿਸਥਾਰੀ ਪੰਖੀ ਜੋ ਫਹਾਵਤ ਹੈ. ਸਾਡੀ ਹਾਲਤ ਇਹ ਹੈ ਜਿਵੇਂ ਉਹ ਪੰਛੀ ਸਭ ਕੁਝ ਜਾਣਦੇ ਹੋਇਆ ਫਸ ਰਹੇ ਦੇ ਵਿੱਚ. ਕਹੋ ਨਾਨਕ ਬੰਧਨ ਕਾਟਨ ਕੋ ਮੈਂ ਸਤਿਗੁਰ ਪੁਰਖ ਧਿਆਵਤ ਹੈ. If anyone asks us
वो की करना बाणी पढ़ के, वो की करना गुरुद्वारे जाके, वो की लोड़ आ इस टाइम चैनल लाई बैठे हो गुरुद्वारे वाला, कोई और लाओ चीज़। गुरु अर्जन साहब आंसर कर देता, गुरु अर्जन साहब गिविंग अस आंसर। महाराज इज सेइंग इफ एनीवन आस्क यू लाइक दैट यू कैन आंसर। व्हाट महाराज, की जवाब देंगा? महाराज कहते कहो नानक बंधन काटन को, वो बंधन नहीं कटे जाने जे ये सोच समझ ख्यालों के मंडल के जरिए मन की दुनिया च ना उकरी। इस करके यत्न कर रहे हैं। कहो नानक बंधन काटन को, मैं सतगुर पुरख ते आवत है। मैं अपने सतगुरु पुरख का ध्यान धरदा। सतगुरु तू बेअंत्या, तू बख्शिश करेगा, तू बांह फड़ेगा, तू बांह फड़ेगा तो कल्याण होएगा मेरा। साहब रहमत करन इन आलमी वाकई चो चंगेरी प्रेरणा मिले। अज धन गुरु अमरदास महाराज नानक जोत के तीसरे जानशीन, उन्होंने प्रकाश पुरब की एक बार फिर समूह लुकाई नूं, समूह संगत नूं बहुत बहुत मुबारकबाद। इत्थे समाप्ति। वाहिगुरु जी का खालसा, वाहिगुरु जी की फतेह।